ਜੋ ਉਪਜਿਓ ਸੋ ਬਿਨਸ ਹੈ, ਪਰੁ ਆਜ ਕੈ ਕਾਲ। ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੇ ਮੀਤ। ਕਹਿ ਨਾਨਕ ਥਿਰ ਨ ਰਹੈ, ਜਿਉ ਬਾਲੂ ਕੀ ਭੀਤ। ਗੌੜੀ ਮਹਿਲਾ ਨੌਮਾ। ਸਾਧੂ ਰਚਨਾ ਰਾਮ ਬਣਾਈ, ਇਕ ਬਿਨਸੈ ਇਕ ਅਸਥਿਰ ਮਾਨੈ। ਅਚਰਜ ਲਖਿਓ ਨਾ ਜਾਈ, ਸਾਧੂ ਰਚਨਾ ਰਾਮ ਬਣਾਈ। ਇਕ ਬਿਨਸੈ ਇਕ ਅਸਥਿਰ ਮਾਨੈ, ਅਚਰਜ ਲਖਿਓ ਨਾ ਜਾਈ। ਰਹਾਉ ਕਾਮ ਕ੍ਰੋਧ ਮੋਹ ਬਸ ਪ੍ਰਾਨੀ, ਹਰ ਮੂਰਤ ਵਿਸਰਾਈ। ਝੂਠਾ ਤਨ ਸਾਚਾ ਕਰ ਮਾਨਿਓ, ਜਿਉ ਸੁਪਨਾ ਰਹਿ ਨਾਈ। ਜੋ ਦੀਸੈ ਸੋ ਸਗਲ ਬਿਨਾਸੈ, ਜਿਉ ਬਾਦਰ ਕੀ ਛਾਈ। ਜਨ ਨਾਨਕ ਜਗ ਜਾਣਿਓ ਮਿਥਿਆ, ਰਹਿਓ ਰਾਮ ਸਰਨਾਈ। ਜੋ ਦੀਸੈ ਸੋ ਸਗਲ ਬਿਨਾਸੈ, ਜਿਉ ਬਾਦਰ ਕੀ ਛਾਈ। ਜਨ ਨਾਨਕ ਜਗ ਜਾਣਿਓ ਮਿਥਿਆ, ਰਹਿਓ ਰਾਮ ਸਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਗੁਰੂ ਪਿਆਰਿਓ, ਆਪ ਜੀ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੁਆਰਾ ਗੌੜੀ ਰਾਗ ਦੇ ਵਿੱਚ ਉਚਾਰਨ ਕੀਤੇ ਹੋਏ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ ਹੈ। ਇਹ ਸ਼ਬਦ ਜੋ ਅੱਜ ਆਪ ਜੀ ਨਾਲ ਵਿਚਾਰ ਕਰਨ ਵਾਸਤੇ ਲਿਆ ਹੈ, ਇਸ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੇ ਹੀ ਉਚਾਰਨ ਕਰੋ ਜੀ। ਸਤਿਨਾਮ ਸਤਿਨਾਮ। ਸ਼ਬਦ ਦੋ ਪਦਾ ਹੈ ਤੇ ਇੱਕ ਨਾਲ ਰਹਾਉ ਦਾ ਪਦਾ ਹੈ, ਜੋ ਸ਼ਬਦ ਦਾ ਕੇਂਦਰੀ ਭਾਵ ਹੈ, ਔਰ ਬਾਕੀ ਪਦਿਆਂ ਨਾਲੋਂ ਉਹਦੀ ਗਿਣਤੀ ਅਲੱਗ ਹੁੰਦੀ ਹੈ। ਰਹਾਉ ਦੇ ਪਦੇ ਅੰਦਰ ਗੁਰੂ ਜੀ ਬਚਨ ਕਹਿ ਰਹੇ ਨੇ, ਸਾਧੂ ਰਚਨਾ ਰਾਮ ਬਣਾਈ। ਇਕ ਬਿਨਸੈ ਇਕ ਅਸਥਿਰ ਮਾਨੈ, ਅਚਰਜ ਲਖਿਓ ਨਾ ਜਾਈ। ਰਹਾਉ ਹੇ ਸਾਧੂ ਜਨੋ, ਇਹ ਰਚਨਾ ਰਾਮ ਦੀ ਬਣਾਈ ਹੋਈ ਹੈ। ਇਸ ਰਚਨਾ ਦੇ ਵਿੱਚ ਇੱਕ ਖਤਮ ਹੁੰਦਾ ਹੈ ਤੇ ਇੱਕ ਆਪਣੇ ਆਪ ਨੂੰ ਇਉਂ ਸਮਝਦਾ ਹੈ ਕਿ ਮੈਂ ਸਦਾ ਹੀ ਇੱਥੇ ਰਹਿਣਾ ਹੈ। ਇਹ ਜਿਹੜੀ ਅਸਚਰਜਤਾ ਹੈ, ਇਹ ਬਿਆਨ ਨਹੀਂ ਕੀਤੀ ਜਾ ਸਕਦੀ। ਸੋ ਇਹ ਹਨ ਇਹਨਾਂ ਦੋ ਪੰਕਤੀਆਂ ਦੇ ਰਹਾਉ ਦੇ ਅਰਥ। ਰਚਨਾ ਸਦੀਵੀ ਨਹੀਂ ਹੈ। ਬਾਣੀ ਬਾਰ-ਬਾਰ ਮਨੁੱਖ ਨੂੰ ਸੁਚੇਤ ਕਰਦੀ ਹੈ, ਸਮਝਾਉਂਦੀ ਹੈ, ਦ੍ਰਿੜ ਕਰਾਉਂਦੀ ਹੈ ਕਿ ਜਿਸ ਜਗਤ ਵਿੱਚ ਤੁਹਾਡਾ ਜਨਮ ਹੋਇਆ,
ਇਹ ਜਗਤ ਖੁਦ ਵੀ ਸਦੀਵੀ ਨਹੀਂ ਤੇ ਨਾ ਤੁਹਾਡਾ ਜੀਵਨ ਸਦੀਵੀ ਹੈ। ਇੱਥੇ ਕੁਝ ਵੀ ਸਦੀਵੀ ਨਹੀਂ ਹੈ, ਜੋ ਉਪਜਿਓ ਸੋ ਬਿਨਸ ਹੈ। ਜੋ ਇੱਥੇ ਉਪਜਦਾ ਹੈ ਬਿਨਸ ਜਾਂਦਾ ਹੈ। ਸਦਾ ਲਈ ਕੁਝ ਵੀ ਇੱਥੇ ਨਹੀਂ ਰਹਿੰਦਾ। ਕੇਵਲ ਤੇ ਕੇਵਲ ਜੋ ਸਦਾ ਹੈ ਉਹ ਕੇਵਲ ਨਿਰੰਕਾਰ ਹੈ। ਜਿਸ ਨੇ ਆਕਾਰ ਰਚਿਆ ਤੇ ਆਕਾਰ 'ਚ ਸਮਾਇਆ ਹੋਇਆ ਹੈ। ਸਾਰੇ ਆਕਾਰ ਦੀ ਆਪੇ ਹੀ ਸਾਂਭ ਸੰਭਾਲ ਕਰਦਾ ਹੈ। ਉਹ ਨਿਰੰਕਾਰ ਕਦੇ ਬਦਲਦਾ ਨਹੀਂ, ਕਦੇ ਜਨਮਦਾ ਨਹੀਂ, ਕਦੇ ਮਰਦਾ ਨਹੀਂ, ਕਦੇ ਕਮਜ਼ੋਰ ਨਹੀਂ ਹੁੰਦਾ, ਕਦੇ ਪੁਰਾਣਾ ਨਹੀਂ ਹੁੰਦਾ। ਨਾ ਉਹ ਮਰੈ ਨਾ ਹੋਵੇ ਸੋਖ। ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ। ਫਿਰ ਆਖਿਆ ਹੈ ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ। ਫਿਰ ਬਚਨ ਆਖੇ ਹਨ ਸੱਚ ਪੁਰਾਣਾ, ਹੋਵੇ ਨਾਹੀ ਸੀਤਾ ਕਦੇ ਨਾ ਪਾਟੈ। ਪਰ ਰਚਨਾ ਦੇ ਵਿੱਚ ਕੁਝ ਸਦੀਵੀ ਨਹੀਂ। ਜਗ ਰਚਨਾ ਸਭ ਝੂਠ ਹੈ। ਜਾਨ ਲਿਹੋ ਰੇ ਮੀਤ, ਕਹਿ ਨਾਨਕ ਥਿਰ ਨਾ ਰਹਿ, ਜਿਉ ਬਾਲੂ ਕੀ ਭੀਤ। हे ਮਿੱਤਰ, ਆਪਣੇ ਮਨ ਵਿੱਚ ਇਹ ਪੱਕੀ ਗੱਲ ਬਿਠਾ ਲੈ, ਜਾਣ ਲੈ, ਸਮਝ ਲੈ, ਅੰਡਰਸਟੈਂਡ ਕਰ ਲੈ ਕਿ ਇਹ ਜਗਤ ਦੀ ਰਚਨਾ ਝੂਠੀ ਹੈ। ਝੂਠੀ ਦਾ ਮਤਲਬ ਨਾਸ਼ਵਾਨ। ਵੇਖ ਇੱਥੇ ਕੁਝ ਵੀ ਥਿਰ ਨਹੀਂ ਰਹਿੰਦਾ। ਜਿਵੇਂ ਰੇਤ ਦੀ ਕੰਧ ਹੈ, ਕੁਝ ਵੀ ਸਦੀਵੀ ਨਹੀਂ। ਸੋ ਪਹਿਲੀ ਗੱਲ ਤੇ ਇਹ ਹੀ ਮਨੁੱਖ ਨੂੰ ਆਪਣੇ ਜੀਵਨ 'ਚ ਦ੍ਰਿੜ ਹੋ ਜਾਏ। ਹੁਣ ਮਹਾਰਾਜ ਅਗਲੇ ਬਚਨਾਂ 'ਚ ਕਹਿੰਦੇ ਹਨ ਕਾਮ ਕ੍ਰੋਧ ਮੋਹ ਬਸ ਪ੍ਰਾਣੀ, ਹਰ ਮੂਰਤ ਵਿਸਰਾਈ। ਝੂਠਾ ਤਨ ਸਾਚਾ ਕਰ ਮੰਨਿਓ, ਜਿਉ ਸੁਪਨਾ ਰਹਿ ਨਾਈ। ਕਾਮ ਕ੍ਰੋਧ ਤੇ ਮੋਹ ਦੇ ਬਸ ਵਿੱਚ ਪੈ ਕੇ, ਭਾਵ ਇਹਨਾਂ ਦੇ ਅਧੀਨ ਹੋ ਕੇ, ਇਹਨਾਂ ਦੇ ਕੰਟਰੋਲ ਵਿੱਚ ਆ ਕੇ ਹਰ ਮੂਰਤ ਵਿਸਰਾਈ, ਰੱਬ ਦੀ ਹਸਤੀ ਨੂੰ ਭੁਲਾ ਦਿੱਤਾ। ਮੂਰਤ ਦਾ ਮਤਲਬ ਇੱਥੇ ਕੋਈ ਮੂਰਤੀ ਨਹੀਂ, ਮੂਰਤ ਦਾ ਮਤਲਬ ਹਸਤੀ। ਹਰ ਮੂਰਤ ਰੱਬੀ ਹਸਤੀ, ਨਿਰੰਕਾਰ ਦੀ ਹਸਤੀ, ਹਰ ਮੂਰਤ ਵਿਸਰਾਈ, ਉਹ ਭੁਲਾ ਦਿੱਤੀ, ਉਹ ਚੇਤੇ 'ਚ ਨਹੀਂ। ਔਰ ਇਹਨਾਂ ਦੇ ਅਧੀਨ ਰਹਿ ਕੇ ਹੀ ਜ਼ਿੰਦਗੀ ਉਹਦੀ ਬਤੀਤ ਹੋ ਰਹੀ ਹੈ। ਝੂਠਾ ਤਨ ਸਾਚਾ ਕਰ ਮਾਨਿਓ, ਜਿਉ ਸੁਪਨਾ ਰਹਿ ਨਾਈ। ਰਹਿਣ ਮਤਲਬ ਰਾਤ। ਇਹ ਨਾਸ਼ਵੰਤ ਸਰੀਰ ਨੂੰ ਇਹ ਸੱਚ ਕਰਕੇ ਮੰਨਦਾ ਹੈ। ਸੱਚ ਕਰਕੇ ਮੰਨ ਲਿਆ ਹੈ ਕਿ ਸਦੀਵੀ ਹੈ, ਮੈਂ ਸਦਾ ਹੀ ਰਹਿਣਾ ਹੈ। ਇਸੇ ਤਰ੍ਹਾਂ ਹੀ ਭੁਲੇਖਾ ਪਿਆ ਹੋਇਆ, ਜਿਵੇਂ ਰਾਤ ਨੂੰ ਸੁੱਤੇ ਪਏ ਬੰਦੇ ਨੂੰ ਸੁਪਨਾ ਆਉਂਦਾ ਹੈ ਤੇ ਸੁਪਨੇ ਵਿੱਚ ਜੋ ਘਟਨਾ ਘਟ ਰਹੀ ਹੈ, ਜੋ ਕੁਝ ਵੇਖ ਰਿਹਾ, ਉਹਨੂੰ ਇਉਂ ਲੱਗਦਾ ਜਿਵੇਂ ਸੱਚ ਹੈ। ਤੁਸੀਂ ਦੇਖੋ, ਸੱਚ ਸੁਪਨਾ ਕੋਈ ਡਰਾਉਣਾ ਹੋਵੇ ਨਾ ਤੇ ਬੰਦੇ ਦੀ ਹਾਰਟ ਬੀਟ ਵੀ ਤੇਜ਼ ਹੋ ਜਾਂਦੀ ਹੈ। ਹਾਲਾਂਕਿ ਸੁਪਨਾ ਹੈ, ਡਰ ਕੇ ਉੱਠਦਾ ਬੰਦਾ।
ਉਹਨੂੰ ਉਹ ਉਹਨਾਂ ਚਿਰ ਸੱਚ ਮੰਨਦਾ ਹੈ ਜੋ ਸੁਪਨਾ ਰਹਿਨਾਈ। ਅੱਖ ਖੁੱਲਦੇ ਹੀ ਪਤਾ ਲੱਗਦਾ ਸੁਪਨਾ ਸੀ, ਬਚ ਗਏ। ਇਸੇ ਹੀ ਤਰ੍ਹਾਂ ਇਸ ਤਨ ਦੇ ਸੰਬੰਧ ਵਿੱਚ, ਜੀਵਨ ਦੇ ਸੰਬੰਧ ਵਿੱਚ, ਜਦੋਂ ਗੁਰੂ ਸ਼ਬਦ ਦੇ ਗਿਆਨ ਦੇ ਨਾਲ ਅੱਖ ਖੁੱਲਦੀ ਹੈ, ਗਿਆਨ ਹੁੰਦਾ, ਚੇਤਨਾ ਆਉਂਦੀ ਹੈ, ਫਿਰ ਪਤਾ ਲੱਗਦਾ ਇਹ ਵੀ ਝੂਠਾ ਹੈ, ਇਹ ਵੀ ਨਾਸ਼ਵਾਨ ਹੈ, ਸਦੀਵੀ ਨਹੀਂ ਹੈ। ਪਰ ਮਨੁੱਖ ਜਿਹੜਾ ਹੈ ਇਹ ਕਾਮ ਕ੍ਰੋਧ ਦੇ ਮੋਹ ਦੇ ਅਧੀਨ ਰਹਿ ਕੇ ਜ਼ਿੰਦਗੀ ਜਿਉਂਦਾ, ਇਹਦੇ ਵਿੱਚ ਪਿਆ ਹੀ ਗੁਨਾਹ ਕਰੀ ਜਾਂਦਾ, ਪਾਪ ਕਰੀ ਜਾਂਦਾ, ਤੇ ਇਹਦੇ ਵਿੱਚ ਹੀ ਬੰਧਨ ਵਿੱਚ ਵੱਜਾ ਹੋਇਆ ਜ਼ਿੰਦਗੀ ਜੀਵ ਰਿਹਾ ਹੈ। ਗੁਰੂ ਸਾਹਿਬ ਬਾਣੀ 'ਚ ਸਮਝਾਉਂਦੇ ਨੇ ਕਿ ਬੰਦਾ ਇਹਨਾਂ ਦੇ ਵੱਸ ਵਿੱਚ ਪੈ ਕੇ ਗੁਨਾਹ ਕਰਦਾ ਹੈ, ਫਿਰ ਇਹਦੇ ਵਿੱਚ ਹੀ ਇਹਦੀ ਜ਼ਿੰਦਗੀ ਬਤੀਤ ਹੁੰਦੀ ਜਾਂਦੀ ਹੈ, ਰੱਬ ਚੇਤੇ ਨਹੀਂ। ਅਗਲੇ ਬਚਨ ਸਤਿਗੁਰ ਕਹਿੰਦੇ ਹਨ, ਜੋ ਦੀਸੈ ਸੋ ਸਗਲ ਬਿਨਾਸੈ, ਜਿਉ ਬਾਦਰ ਕੀ ਛਾਈ, ਜਨ ਨਾਨਕ ਜਗ ਜਾਣਿਓ ਮਿਥਿਆ, ਰਹਿਓ ਰਾਮ ਸ਼ਰਨਾਈ। ਫਿਰ ਇਹ ਗੱਲ ਨੁਟਕਾਈ ਹੈ ਕਿ ਜੋ ਦਿਸ ਹੈ, ਜੋ ਦਿਸਦਾ ਹੈ, ਸੋ ਸਗਲ ਵਿਨਾਸ਼ ਹੈ, ਉਹ ਸਾਰਾ ਹੀ ਨਾਸ਼ਵਾਨ ਹੈ, ਵਿਨਾਸ਼ ਹੋ ਜਾਣ ਵਾਲਾ ਹੈ। ਜਿਉ ਬਾਦਰ ਕੀ ਛਾਈ, ਬਾਦਰ ਬੱਦਲ, ਕਲਾਉਡ, ਛਾਈ ਉਹਦੀ ਪਰਛਾਵਾਂ, ਉਹਦੀ ਛਾਂ, ਉਹਦੀ ਸ਼ੈਡੋ। ਜੇ ਬਾਦਰ ਕੀ ਛਾਈ, ਜਿਵੇਂ ਉਸ ਦੀਵੀ ਨਹੀਂ ਹੁੰਦੀ, ਬੱਦਲ ਆਇਆ ਸੂਰਜ ਅੱਗੇ, ਛਾਂ ਆਇਆ ਫਿਰ ਪਰੇ ਹੋ ਗਈ, ਸਦਾ ਨਹੀਂ ਰਹਿੰਦੀ ਛਾਂ। ਉਹਦੇ ਕਰਕੇ ਉਦਾਹਰਨ ਦਿੱਤੀ ਗੁਰੂ ਸਾਹਿਬ ਨੇ ਕਿ ਸਾਨੂੰ ਸਮਝ ਆ ਜਾਏ ਵੀ ਇਹ ਜੋ ਦਿਸ ਰਿਹਾ ਥੋੜੇ ਸਮੇਂ ਲਈ ਦਿਸਦਾ, ਫਿਰ ਲੋਪ ਹੋ ਜਾਂਦਾ। ਤੁਸੀਂ ਜੇ ਆਪਣਾ ਹੀ ਸਰੀਰ ਵੇਖੋ, ਜਿਹੜਾ ਬਚਪਨ 'ਚ ਦਿਸਦਾ ਸੀ ਉਹ ਜਵਾਨੀ 'ਚ ਹੈ। ਜਿਨ੍ਹਾਂ ਨੂੰ ਅਸੀਂ ਬਚਪਨ 'ਚ ਦੇਖਿਆ ਹੋਏ, ਲੰਬਾ ਸਮਾਂ ਨਾ ਵੇਖੋ, ਜਵਾਨੀ 'ਚ ਦੇਖੋ, ਪਛਾਣ ਹੀ ਨਹੀਂ ਹੁੰਦੇ, ਕਿਉਂਕਿ ਉਹ ਰੂਪ ਰਿਹਾ ਹੀ ਨਹੀਂ ਹੁਣ। ਜੋ ਪਹਿਲਾਂ ਦਿਸਦਾ ਸੀ ਬਚਪਨ 'ਚ, ਜਵਾਨੀ 'ਚ ਨਹੀਂ ਰਿਹਾ। ਜੋ ਜਵਾਨੀ 'ਚ ਦਿਸਦਾ ਹੈ ਉਹ ਬੁਢੇਪੇ 'ਚ ਨਹੀਂ ਰਹਿੰਦਾ, ਜਾ ਕੇ ਬਦਲ ਜਾਂਦਾ ਹੈ। ਸਾਡਾ ਆਪਣਾ ਹੀ ਸਰੀਰ ਜਿਹੜਾ, ਇਹਦਾ ਮੁੱਢ ਵੱਜਣ ਤੋਂ ਲੈ ਕੇ ਲਗਾਤਾਰ ਬਦਲਾਓ ਹੈ, ਤੇ ਇਹ ਬਾਹਰ ਜੋ ਦਿਸਦਾ ਹੈ ਇਹ ਤੇ ਲਗਾਤਾਰ ਹੀ ਬਦਲਾਓ, ਚਾਹੇ ਪੱਤਝੜ ਵੀ ਹੈ ਤੇ ਬਸੰਤ ਵੀ। ਜਿਹੜੇ ਬਸੰਤ 'ਚ ਫੁੱਲ ਖਿੜੇ ਸੀ ਕਿੱਥੇ ਨੇ? ਜਿਹੜੇ ਬਸੰਤ ਦੇ ਵਿੱਚ ਪੱਤੇ ਆਏ ਸਨ, ਕਰੁੰਬਲਾਂ ਸਨ, ਪੱਤੇ ਬਣੇ, ਹੌਲੀ ਹੌਲੀ ਸੁੱਕ ਗਏ ਤੇ ਆਖਰ ਝੜ ਗਏ। ਜੋ ਦਿਸੈ ਸੋ ਸਗਲ ਵਿਨਾਸੈ, ਜੋ ਦਿਸਦਾ ਹੈ ਉਹ ਨਹੀਂ ਰਹਿਣਾ, ਆਕਾਰ ਖਤਮ ਹੋ ਜਾਣਾ ਹੈ। ਨਾਲ ਉਦਾਹਰਨ ਦੇ ਕੇ ਸਮਝਾਇਆ ਹੈ, ਜਨ ਨਾਨਕ ਜਗ ਜਾਣਿਓ ਮਿਥਿਆ, ਰਹਿਓ ਰਾਮ ਸ਼ਰਨਾਈ। ਪਾਤਸ਼ਾਹ ਕਹਿੰਦੇ ਨੇ ਕਿ ਇਹ ਜਗਤ ਨੂੰ ਮਿਥਿਆ ਜਾਣ, ਨਾਸ਼ਵੰਤ ਜਾਣ। ਦਾਸ ਜਿਹੜੇ ਨੇ ਪਰਮੇਸ਼ਰ ਦੇ, ਜਨ ਨਾਨਕ ਜਗ ਜਾਣਿਓ ਮਿਥਿਆ, ਸੇਵਕ ਨੇ ਇਹ ਜਗਤ ਨੂੰ ਸਮਝ ਲਿਆ ਹੈ ਕਿ ਇਹ ਝੂਠਾ ਹੈ, ਨਾਸ਼ਵਾਨ ਹੈ। ਰਹਿਓ ਰਾਮ ਸ਼ਰਨਾਈ, ਉਹ ਰਾਮ ਦੀ ਸ਼ਰਨ ਵਿੱਚ ਰਹਿੰਦੇ ਹਨ। ਰਾਮ ਪਰਮੇਸ਼ਰ ਸਰਵ ਵਿਆਪਕ ਪ੍ਰਭੂ ਜੀ, ਉਹਦੀ ਹੀ ਉਸ ਸ਼ਰਨ ਵਿੱਚ ਰਹਿੰਦੇ ਹਨ, ਉਹਦੀ ਸ਼ਰਨ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਜਿਉਂਦੇ ਹਨ। ਸੋ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ। ਭਗਤ ਕਬੀਰ ਜੀ ਕਹਿੰਦੇ ਹਨ, ਕਬੀਰ ਡੂਬੈ ਗੋਰੇ ਬਾਪੁਰੇ, ਬਹੁ ਲੋਗਨ ਕੀ ਕਾਨ, ਪਾਰੋਸੀ ਕੇ ਜੋ ਹੁਆ, ਤੂੰ ਆਪਣੇ ਪੀ ਜਾਨ। ਭਗਤ ਕਬੀਰ ਜੀ ਕਹਿੰਦੇ ਹਨ, ਹੇ ਵਿਚਾਰੇ ਆਦਮੀ, ਬੱਬਰੇ ਮਤਲਬ ਵਿਚਾਰੇ, ਹੇ ਵਿਚਾਰੇ ਬੰਦੇ, ਤੁਸੀਂ ਡੁੱਬ ਜਾਓਗੇ। ਬਹੁ ਲੋਕਨ ਕੀ ਕਾਨ,
ਲੋਗਣ ਕੀ ਕਾਣ ਦਾ ਮਤਲਬ ਵੀ ਲੋਕ ਕੀ ਕਹਿਣਗੇ, ਲੋਕ ਰੱਜਿਆ ਵਿੱਚ। ਇਹਦੇ ਚੋਂ ਬਾਹਰ ਆਓ ਵੀ ਲੋਕ ਕੀ ਕਹਿੰਦੇ ਹਨ। ਬਹੁਤ ਦੁਨੀਆ ਇਹਦੇ 'ਚ ਹੀ ਡੁੱਬੀ ਪਈ ਹੈ ਵੀ ਲੋਕ ਕੀ ਕਹਿਣਗੇ। ਆਪਣੀ ਆਇਡੈਂਟੀਟੀ, ਆਪਣੀ ਸੁਤੰਤਰਤਾ ਵੀ ਭੁੱਲ ਜਾਂਦਾ ਬੰਦਾ, ਆਪਣੀ ਆਜ਼ਾਦੀ ਵੀ ਭੁੱਲ ਜਾਂਦਾ ਹੈ ਤੇ ਲੋਕਾਂ ਦੇ ਅਧੀਨ ਹੀ ਚਲੀ ਜਾਂਦਾ ਵੀ ਲੋਕ ਕੀ ਕਹਿਣਗੇ, ਲੋਕ ਕੀ ਕਹਿਣਗੇ। कहते डूब जाओगे पारोसी के जो हुआ तू अपने भी जान। कहते जो गुआढ़ विच घटना घटी ना, तू अपने आप नूं भी उहदे च शामिल समझ भी तेरे भी घटनी है। वो की भी जे गुआढ़ी मरिया है तो तू भी मरना है। संग चलस है हम भी चलना, साडे संगी तुर गए असीं भी तुर जाना है। संग चलस है हम भी चलना, दूर गवन सिर ऊपर मरना। सिर ऊपर का मतलब जरूर मरना है, मौत जरूर आनी है, ये तो कोई बच नहीं सकता। राणा राव न कोर है रंग न तुंग फकीर, बारी आपो अपनी कोई न बंदा तीर। राह बुरा बिहावला सर खारा असगा। बड़ा समझाया स्पष्ट कि ये धरती ते चाहे कोई राजा है, चाहे कंगाल है, चाहे कोई धनी है, ते चाहे गरीब है, कोई भी नहीं रहिंदा इत्थे। राह बुरा बिहावला, ऐ जिंदगी दा राह बड़ा डराउना है। सर खारा असगा, डूंगा समुंदर है जिन्हों तरना है। ऐ जगत ऐ संसार जिहदे विच विकार ने, विकारां वाले जगत विच रहना बहुत औखा है, बड़ा डराउना है। सो इस जगत नूं समझ के जीवना जरूरी है। जे मनुख नूं ये समझ लग जाए कि मैं सਦੀवी नहीं रहना, मेरा अपना शरीर ही नहीं रहना, तो ये राही जो एकत्रित किया वह काहदा मान होया, तो शरीर का भी काहदा मान होया। क्यों मैं अहंकार विच रह के अपनी जिंदगी जीवता हाँ ते अहंकार कारण दुख पाउंदा हाँ। समझनी तो यही गल है ना कि जीवना किवें है, जीवना किवें है। बहुत कुछ बंदा अपने सिर ते चुकदा है जिन्हों चुकण की लोड़ नहीं सी। बोझ बना के रखदा अपनी जिंदगी च, अपने दिमाग ते, अपने ब्रेन के उपर। उहदे विच है चिंता सब तो वड्डी। चिंता एक तरह की नहीं है, बखरी बखरी, किसी ने कोई चिंता, किसी ने कोई चिंता, किसी ने कोई चिंता है। डर फिक्र, बैर विरोध, ईर्खा, नफरत, निंदिया चुगली, बैर विरोध च पै के जिंदगी जिउणी, ये सारा ही बोझ है बंदे के सिर ते। ते जे वो ये गल समझ ले तो गल मिट जाएगी। कहा नर गर्भ थोड़ी बात, मन दस नाज टका चार गांठी, एंडो टेडो जात। बहुत प्रताप गांव सो पाए, 2 लाख टका बरात। ना को ले आयो ए धन, ना को ले जात। रावण हूं ते अधिक छत्रपत, खिन में गए बिलात। बिसर गई सब तात पराई, जब ते साध संगत मोह पाई। ना को बैरी नहीं बेगाना, सगल संग हमको बन आई। जो प्रभ कीनो सो भल मनियो, ए सुमत साधु ते पाई।
ਸਭ ਮੈਂ ਰਵ ਰਹਿਆ ਪ੍ਰਭ ਏਕੈ, ਪੇਖ ਪੇਖ ਨਾਨਕ ਬਿਗਸਾਈ। ਭੁੱਲ ਚੁੱਕ ਲਈ ਖਿਮਾ ਜੀ। ਆਪ ਸਾਰਿਆਂ ਦਾ ਧੰਨਵਾਦ। ਆਓ ਇੱਕ ਦੋ ਬਚਨ ਗਾ ਕੇ ਪੜ੍ਹਦੇ ਹਾਂ, ਫਿਰ ਆਨੰਦ ਸਾਹਿਬ ਦਾ ਪਾਠ ਅਰਦਾਸ ਸਮਾਪਤੀ ਹੋਏਗੀ ਜੀ। ਭੂਲੇ ਮਾਰਗ ਜਿਨੈ ਬਤਾਇਆ, ਭੂਲੇ ਮਾਰਗ ਜਿਨੈ ਬਤਾਇਆ, ਭੂਲੇ ਮਾਰਗ ਬਤਾਇਆ। ਸਾਰੇ ਪੜੋ ਜੀ। ਐਸਾ ਗੁਰ ਬੜ ਭਾਗੀ ਪਾਇਆ, ਐਸਾ ਗੁਰ ਬੜ ਭਾਗੀ ਪਾਇਆ, ਐਸਾ ਗੁਰ ਬੜ ਭਾਗੀ ਪਾਇਆ, ਐਸਾ ਗੁਰ ਬੜ ਭਾਗੀ ਪਾਇਆ। ਗੁਰ ਬੜ ਭਾਗੀ ਪਾਇਆ, ਐਸਾ ਗੁਰ ਬੜ ਭਾਗੀ ਪਾਇਆ, ਗੁਰ ਬੜ ਭਾਗੀ ਭੁੱਲ ਚੁੱਕ ਲਈ ਖਿਮਾ ਜੀ। ਸਾਰਿਆਂ ਦਾ ਧੰਨਵਾਦ। ਆਨੰਦ ਸਾਹਿਬ ਜੀ ਦਾ ਪਾਠ। ਰਾਮ ਕਲੀ ਮਹਿਲਾ ਤੀਜਾ। ਆਨੰਦ ਇੱਕ ਓੰਕਾਰ।